उस समय दे ਜਿਹੜੇ ਸਾਧ ਸੰਗਤ जी ਸਾਹਿਤਕਾਰ ਲਿਖਾਰੀ ਇਹ ਸਾਰੇ ਵਿਰੋਧੀ ਬਣ ਬੈਠੇ ਸੀ ਗੁਰੂ ਨਾਨਕ ਸਾਹਿਬ ਜੀ ਦੇ ਤੇ ਮਹਾਰਾਜ ਜੀ ਨੇ ਕੋਈ ਪਰਵਾਹ ਨਹੀਂ ਕੀਤੀ ਔਰ ਸੱਚ ਬੋਲਿਆ ਸੱਚ ਕਮਾਇਆ ਤੇ ਸੱਚ ਨੂੰ ਫਾਂਸੀ ਉਦੋਂ ਹੋਈ ਜਦੋਂ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਬਾਕੀ ਕੈਦੀਆਂ ਦੇ ਵਿੱਚ ਬਾਬਰ ਬਾਦਸ਼ਾਹ ਦੀਆਂ ਜੇਲਾਂ ਕੱਟਣੀਆਂ ਪਈਆਂ ਔਰ ਚੱਕੀਆਂ ਪੀਸਣੀਆਂ ਪਈਆਂ। ਇਹ ਸਿੱਖੀ ਦਾ ਸੱਚ ਇਹ ਸਾਧ ਸੰਗਤ ਜੀ ਪਹਿਲੀ ਵਾਰੀ ਇੱਕ ਜੇਲ੍ਹ ਵਿੱਚ ਕੈਦ ਹੋਇਆ ਔਰ ਬਾਬਰ ਦੇ ਇਹਨੇ ਜਿਹੜੇ ਜ਼ੁਲਮ ਸਹਾਰੇ ਇਹ ਸਿੱਖੀ ਦਾ ਸ਼ਾਨਾਮਤੀ ਇਤਿਹਾਸ ਹੈ। ਇਹ ਸਿਲਸਿਲਾ ਚੱਲਦਾ ਰਿਹਾ। ਹਿਮਾਯੂ ਆਇਆ ਉਹਨੇ ਇਸ ਸੱਚ ਨੂੰ ਤਸੀਹੇ ਦੇਣੇ ਚਾਹੇ। ਅਕਬਰ ਆਇਆ ਉਹ ਨੇੜੇ ਹੋਇਆ ਸੱਚ ਦੇ ਉਹਨੇ ਸੱਚ ਨੂੰ ਨੇੜੇ ਹੋ ਕੇ ਵੇਖਿਆ ਹੰਡਾਇਆ ਪਰਖਿਆ ਉਹ ਥੋੜਾ ਜਿਹਾ ਬਹੁਤ ਨਜ਼ਦੀਕ ਹੋ ਗਿਆ। ਸਾਧ ਸੰਗਤ ਜੀ ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਲੰਗਰਾਂ ਦੇ ਵਿੱਚ ਬੈਠ ਕੇ ਇੱਕ ਪੰਗਤ ਵਿੱਚ ਪ੍ਰਸ਼ਾਦਾ ਛਕਦਾ ਤੇ ਬੜੀਆਂ ਵੱਡੀਆਂ ਜਗੀਰਾਂ ਉਸ ਲੰਗਰ ਦੇ ਨਾਮ ਲਵਾਉਣੀਆਂ ਚਾਹੁੰਦਾ ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨਹੀਂ ਇਹ ਲੰਗਰ ਕਿਸੇ ਇੱਕ ਦੀ ਵਿਰਾਸਤ ਨਹੀਂ ਇਹ ਸੰਗਤਾਂ ਦੀ ਤਿਲ ਫੁੱਲ ਭੇਟਾ ਉਹਦੇ ਨਾਲ ਪ੍ਰਫੁੱਲਤ ਹੋਣਗੇ ਇਹਦੇ ਵਿੱਚ ਬਰਕਤ ਹੋਵੇਗੀ ਔਰ ਦਸਾਂ ਲੋਹਾਂ ਦੀ ਕਿਰਤ ਕਮਾਈ ਇਹਨਾਂ ਗੁਰਸਿੱਖਾਂ ਦੀ ਉਹਦੇ ਨਾਲ ਇਹ ਲੰਗਰ ਜਿਹੜੇ ਅਟੁੱਟ ਵਰਤਦੇ ਰਹਿਣਗੇ। ਅੱਜ ਤੱਕ ਵਰਤਦੇ ਆ ਆਪਣੇ ਗੁਰੂ ਘਰ ਦੇ ਵਿੱਚ ਵੇਖੋ ਅੰਮ੍ਰਿਤ ਵੇਲੇ ਤੋਂ ਲੈ ਕੇ ਦੇਰ ਰਾਤ ਤੱਕ ਕਿੰਨੇ ਮਿਸ਼ਟਾਨ ਪਦਾਰਥ ਗੁਰੂ ਕੇ ਲੰਗਰ ਵਰਤਦੇ ਨੇ। ਇਹ ਗੁਰੂ ਨਾਨਕ ਦੀ ਧਨ ਕਮਾਈ ਹੈ। ਧਨ ਨਾਨਕ ਤੇਰੀ ਵੱਡੀ ਕਮਾਈ ਇਹ ਵੱਡੀ ਕਮਾਈ ਹੈ। ਸੱਚਾ ਸੌਦਾ ਕੀਤਾ ਮਹਾਰਾਜ ਨੇ ਔਰ ਬੜੀ ਮਾਰ ਖਾਣੀ ਪਈ ਬਾਪ ਦੀ ਇਸ ਲੰਗਰ ਦੀ ਪ੍ਰਥਾ ਦੀ ਖਾਤਰ ਲੰਗਰ ਦੀ ਪ੍ਰਥਾ ਚਲਾਈ ਮਹਾਰਾਜ ਜੀ ਨੇ। ਸਿੱਖੀ ਦੇ ਸਿਧਾਂਤ ਨੇ ਸਿੱਖੀ ਦਾ ਫਲਸਫਾ ਹੈ ਕਿ ਭੁੱਖਿਆਂ ਨੂੰ ਭੋਜਨ ਪਿਆਸਿਆਂ ਨੂੰ ਪਾਣੀ ਨੰਗਿਆਂ ਨੂੰ ਬਸਤਰ ਔਰ ਨਾਮ ਦੇ ਪਿਆਸਿਆਂ ਨੂੰ ਨਾਮ ਦੀ ਦਾਤ ਇਸ ਘਰ ਵਿੱਚੋਂ ਮਿਲਦੀ ਹੈ ਜਿਹੜੇ ਘਰ ਵਿੱਚ ਆਪਾਂ ਅੱਜ ਸੱਜ ਬੈਠੇ ਆਂ ਬਾਪੂ ਦੀ ਗੋਦ ਵਿੱਚ। ਇਥੋਂ ਇਹ ਬੜੀਆਂ ਕੀਮਤੀ ਦਾਤਾਂ ਅਮੋਲਕ ਦਾਤਾਂ ਇਹ ਜਿਹੜੇ ਅਮੁੱਲੇ ਪਦਾਰਥ ਸਾਨੂੰ ਮਿਲਦੇ ਨੇ। ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾਂ ਕੀ ਸੇਵਾ ਲਾਗੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸਿਲਸਿਲਾ ਪੜ੍ਹੀ ਹੈ ਵੀਰਾਂ ਨੇ ਬੜੇ ਇੱਕ ਵਿਲੱਖਣ ਅੰਦਾਜ਼ ਵਿੱਚ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਸਤਤੀ ਵਿੱਚ ਬੜਾ ਇੱਕ ਵਧੀਆ ਕਲਾਮ ਕਿਸੇ ਆਲਮ ਫਾਜ਼ਲ ਮਹਾਨ ਵਿਦਵਾਨ ਨੇ ਨਿਚੋੜ ਕੱਢ ਕੇ ਉਹਨਾਂ ਦੇ ਜੀਵਨ ਦਾ ਉਹ ਇੱਕ ਕਵਿਤਾ ਦੇ ਵਿੱਚ ਕਲਮੇ ਹੈ ਤੇ ਬਿਲਗੇ ਵਾਲੇ ਜੱਥੇ ਨੇ ਤੁਹਾਡੀ ਸੇਵਾ ਵਿੱਚ ਅਰਜ਼ ਕੀਤਾ ਹੈ। ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਜੀ ਪ੍ਰੀਤ ਭਾਈ ਰਾਜੀਵਨ ਸਿੰਘ ਜੀ ਬੀਲਾ ਭਾਈ ਹਰਬੰਸ ਸਿੰਘ ਬਿਲਗਾ ਦਾ ਢਾਡੀ ਜਥਾ। ਤੋ ਸਾਧ ਸੰਗਤ ਜੀ ਮੈਂ ਖਿਮਾ ਮੰਗਦਾ ਹਾਂ ਕਿ ਸਾਡੇ ਚੌਥੇ ਸਾਥੀ ਹੀਰਾ ਸਿੰਘ ਜੀ ਹੀਰਾ ਉਹ ਸਿਹਤ ਪੱਖ ਤੋਂ ਸਾਧ ਸੰਗਤ ਜੀ ਉਹਨਾਂ ਨੇ ਸਾਨੂੰ ਹੁਕਮ ਕੀਤਾ ਕਿ ਅੱਜ ਦੀ ਹਾਜ਼ਰੀ ਮੈਂ ਨਹੀਂ ਭਰ ਸਕਦਾ ਅੱਖ ਵਿੱਚ ਥੋੜਾ ਫਾਲਟ ਹੈ ਉਹਨਾਂ ਦੇ ਤੇ ਇਸ ਕਰਕੇ ਮੈਂ ਖਿਮਾ ਮੰਗਦਾ ਸਾਧ ਸੰਗਤ ਦੇ ਕੋਲੋਂ ਇਹ ਹਾਜ਼ਰੀ ਜਿਹੜੀ ਕਬੂਲ ਕਰ ਲੈਣੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਲੀਲਾ ਹੈ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ ਇਹ ਸਰੀਰ ਦੇ ਨਾਲ ਚੱਲਦੇ ਨੇ ਤੇ ਇਸ ਕਰਕੇ ਮੈਂ ਬੇਨਤੀ ਕਰ ਰਿਹਾ ਸਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੀ ਸਿਫਤ ਸਲਾਹ ਵਿੱਚ ਸੋਚ ਰਿਹਾ ਕਿ ਕਿਹੜੇ ਸ਼ਬਦ ਵਰਤਾਂ। ਮੇਰੇ ਕੋਲ ਸ਼ਬਦ ਨਹੀਂ ਉਹ ਮੇਰੇ ਕੋਲ ਖਿਆਲ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਇਤਿਹਾਸ ਨੂੰ ਮੁਕੰਮਲ ਤੌਰ ਤੇ ਕਹਿਣਾ ਬੜਾ ਅਸੰਭਵ ਹੈ। ਉਹਨਾਂ ਦਾ ਜੀਵਨ ਇਤਿਹਾਸ ਇੰਨਾ ਮਹਾਨ ਹੈ ਇੰਨਾ ਪਵਿੱਤਰ ਹੈ। ਆਪਾਂ ਅੱਗੇ ਵੀ ਕਈ ਵਾਰੀ ਬੇਨਤੀ ਕੀਤੀ ਹੈ ਕਿ ਭੱਟ ਸਾਹਿਬਾਨਾਂ ਨੂੰ ਪੜ੍ਹੀਏ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਵਿੱਚ ਸਵਈਆਂ ਦੇ ਵਿੱਚ ਉਹ ਗੱਲ ਨਿਬੇੜ ਦਿੰਦੇ ਨੇ। ਉਹ ਕਹਿੰਦੇ ਧਾਰਨ ਗਗਨ ਨਭ ਖੰਡ ਮੈਂ ਜੋਤ ਸਭ ਰੂਪੀ ਰਹੇ ਭਰ ਧਨ ਮਥਰਾ ਕਛ ਭੇਦ ਨਹੀਂ ਗੁਰੂ ਅਰਜਨ ਪਲਤਾ ਖਹਾਰ। ਇਦੋਂ ਪਰੇ ਕੋਈ ਗੱਲ ਰਹਿ ਨਹੀਂ ਜਾਂਦੀ। ਭੱਟ ਸਾਹਿਬ ਕਹਿੰਦੇ ਵਾਹ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਦਰਸ਼ਨ ਕਰਨ ਆਏ ਉਹਨਾਂ ਦੀਆਂ ਸਿਫਤਾਂ ਸੁਣਦੇ ਸੀ ਤੇ ਸਾਧ ਸੰਗਤ ਜੀ ਬੜੇ ਚਿਰਾਂ ਤੋਂ ਉਹਨਾਂ ਦੇ ਅੰਦਰੇ ਪਿਆਸ ਸੀ। ਕਹਿੰਦੇ ਕਿੱਡਾ ਵੱਡਾ ਪੁਰਖ ਹੋਵੇਗਾ ਜਿਹਦੀਆਂ ਏਡੀਆਂ ਸਿਫਤਾਂ ਨੇ। ਤਖਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੇ ਚੰਦੋਆ ਇਹ ਉਹਨਾਂ ਦੇ ਬਚਨ ਨੇ। ਸਾਧ ਸੰਗਤ ਜੀ ਉਹਨਾਂ ਦਾ ਖਿਆਲ ਸੀ ਕਿ ਬਹੁਤ ਵੱਡੀ ਉਮਰ ਦਾ ਕੋਈ ਵੱਡ ਪੁਰਖ ਹੋਵੇਗਾ ਕੋਈ 70-80 ਸਾਲ ਦਾ ਕੋਈ 100 ਦੇ ਲਾਗੇ ਚਿੱਟਾ ਦਾੜਾ ਹੋਵੇਗਾ ਜਿਹਦੇ ਵਿੱਚ ਏਡਾ ਆਤਮਿਕ ਗਿਆਨ ਹੈ
ਜਿਹਦੇ ਵਿੱਚ ਐਡੀ ਬ੍ਰਹਮ ਅਵਸਥਾ ਹੈ ਭਈ ਐਡਾ ਮਹਾਨ ਪੁਰਖ ਹੋਵੇਗਾ। ਪਰ ਜਦੋਂ ਮਹਾਰਾਜ ਦੇ ਦਰਸ਼ਨ ਕੀਤੇ ਨਾ, ਹਜ਼ੂਰ ਦੇ ਨੈਣਾਂ ਵਿੱਚ ਨੈਣ ਪਾਏ, ਮਹਾਰਾਜ ਜੀ ਦੇ ਸਾਧ ਸੰਗਤ ਜੀ ਸਾਕਾਰ ਦਰਸ਼ਨ ਕਰਕੇ ਆਸ਼ਸ ਕਰ ਉੱਠੇ। ਕਹਿੰਦੇ ਵਾਹ, ਆਏ ਅਰਜਨ ਦੇਵ, ਅਸੀਂ ਬੜੇ ਮਹਾਂਪੁਰਖ ਵੇਖੇ, ਬੜੇ ਗੁਰੂ ਸਾਹਿਬਾਨਾਂ ਦੇ ਦਰਸ਼ਨ ਕੀਤੇ ਨੇ, ਬੜੇ ਮਹਾਨ ਧਰਮਾਤਮਾ, ਉਹਨਾਂ ਨੂੰ ਨੇੜੇ ਹੋ ਕੇ ਤੱਕਿਆ। ਐ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਤੁਹਾਡੀ ਸਿਫਤ ਵਿੱਚ ਕੀ ਲਿਖੀਏ? ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਤੇ ਹੋਰ ਵੀ ਵੱਡੀ ਗੱਲ ਕਹਿ ਦਿੱਤੀ, ਕਹਿੰਦੇ ਕੋਈ ਮਾਂ ਦੀ ਕੁੱਖ ਵਿੱਚੋਂ ਜਨਮ ਲੈ ਕੇ ਭਗਤੀ ਕਰਕੇ, ਸਿਮਰਨ ਕਰਕੇ, ਸੇਵਾ ਕਰਕੇ, ਤਪੱਸਿਆ ਕਰਕੇ, ਸਮਾਜ ਦੀ, ਕੌਮ ਦੀ ਸੇਵਾ ਕਰਕੇ ਐਡਾ ਵੱਡਾ ਹੋਇਆ ਹੋਵੇਗਾ। ਐ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਤੁਹਾਨੂੰ ਤੇ ਪ੍ਰਮਾਤਮਾ ਨੇ ਜਨਮ ਤੋਂ ਹੀ ਇਹ ਬ੍ਰਹਮ ਅਵਸਥਾ ਪ੍ਰਦਾਨ ਕਰ ਦਿੱਤੀ ਹੈ ਤੁਹਾਨੂੰ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਦਾ ਜੀਵਨ ਇਤਿਹਾਸ ਪੜ੍ਹਦੇ ਸੀ ਨਾ, ਦੋਹੇ ਥਾ ਬਾਣੀ ਕਾ ਬੋਹਿ ਥਾ, ਨਾਨਾ ਗੁਰੂ ਸਾਹਿਬਾਨ ਨੇ ਉਚਾਰਿਆ ਸੀ। ਉਹਨਾਂ ਨੇ ਲਕਸ਼ ਵੇਖੇ ਸੀ, ਉਹਨਾਂ ਨੇ ਹਿਰਦੇ ਨੂੰ ਪੜਿਆ ਸੀ, ਉਹਨਾਂ ਨੇ ਆਤਮਾ ਨੂੰ ਪੜਿਆ ਸੀ। ਉਹਨਾਂ ਵਿੱਚ ਇਹ ਵੱਡਾ ਗੁਣ ਸੀ ਅੰਤਰ ਜਾਣਤਾ ਦਾ, ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ। ਗੁਰੂ ਅਮਰਦਾਸ ਪਾਤਸ਼ਾਹ ਜੀ ਕੋਈ ਸਾਧ ਸੰਗਤ ਜੀ ਮਾਮੂਲੀ ਹੈਸੀਅਤ ਨਹੀਂ ਸੀ, ਉਹ ਇੱਕ ਬੜੇ ਵੱਡ ਪੁਰਖ ਸਨ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਚਾਰਿਆ ਸੀ, ਦੋਹੇ ਥਾ ਬਾਣੀ ਕਾ ਬੋਹਿ ਥਾ। ਉਹਨਾਂ ਦੇ ਆਸਣ ਤੇ ਚੜਨ ਲੱਗਿਆ ਤੇ ਮੁਖ ਚੁੰਮਿਆ ਦੋਹਤਰੇ ਦਾ, ਕਹਿਣ ਲੱਗੇ ਬੇਟਾ ਕਾਹਲੀ ਨਾ ਕਰ, ਸਮਾਂ ਆਵੇਗਾ, ਵਕਤ ਆਵੇਗਾ, ਇਹ ਆਸਣ, ਇਹ ਸਿੰਘਾਸਣ, ਇਹ ਰੁਤਬਾ, ਇਹ ਗੱਦੀ ਤੈਨੂੰ ਪਰਮਾਤਮਾ ਆਪ ਪ੍ਰਦਾਨ ਕਰੇਗਾ ਔਰ ਤੈਨੂੰ ਬੜੇ ਵੱਡੇ ਅਮੋਲਕ ਖਜ਼ਾਨੇ ਬਖਸ਼ਣੇ ਨੇ। ਤੂੰ ਬਾਣੀ ਕਾ ਬੋਹਿਥਾ ਬਣੇਗਾ। ਔਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਪ੍ਰਥਾਏ ਉਹਨਾਂ ਨੇ ਉਚਾਰਨ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦ ਕੀਤਾ ਤੇ ਸਾਧ ਸੰਗਤ ਜੀ ਉਦੋਂ ਵੀ ਇੱਕ ਬੜੀ ਵੱਡੀ ਮੁਸ਼ਕਲ ਦਾ ਟਾਕਰਾ ਸੀ। ਭਗਤ ਜਨ ਆਪਣੀਆਂ ਰਚਨਾਵਾਂ ਲੈ ਕੇ ਆਏ, ਪੂਰਨ ਗੁਰਸਿੱਖ ਆਪਣੀ ਲਿਖਤ ਲੈ ਕੇ ਆਏ। ਮਹਾਰਾਜ ਜੀ ਨੇ ਪੜ੍ਹਿਆ ਵਿਚਾਰਿਆ, ਉਹਨਾਂ ਨੂੰ, ਉਹਨਾਂ ਦੀ ਲਿਖਤ ਨੂੰ ਮਨੁੱਖਤਾ ਦੇ, ਧਰਮ ਦੇ, ਇਨਸਾਨੀਅਤ ਦੇ, ਲੋਕਾਈ ਦੇ ਅਨੁਕੂਲ ਸਮਝ ਕੇ ਬੜੇ ਪਿਆਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕਰਕੇ ਉਹਨਾਂ ਨੂੰ ਬੜਾ ਬਰਾਬਰਤਾ ਦਾ ਦਰਜਾ ਦੇ ਦਿੱਤਾ। ਜਿੱਥੇ ਅੱਜ ਗੁਰੂ ਨਾਨਕ ਸਾਹਿਬ ਨੂੰ ਅਸੀਂ ਮੱਥਾ ਟੇਕ ਰਹੇ ਹਾਂ ਤੇ ਭਗਤ ਕਬੀਰ ਜੀ ਨੂੰ ਵੀ ਨਤਮਸਤਕ ਹੋ ਰਹੇ ਹਾਂ। ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਅੱਜ ਅਸੀਂ ਨਤਮਸਤਕ ਹੋ ਰਹੇ ਹਾਂ, ਉੱਥੇ ਫਰੀਦ ਸਾਹਿਬ ਜੀ ਨੂੰ ਵੀ ਨਤਮਸਤਕ ਹੋ ਰਹੇ ਹਾਂ, ਉੱਥੇ ਰਵਿਦਾਸ ਜੀ ਨੂੰ ਵੀ ਸਾਧ ਸੰਗਤ ਜੀ ਨਤਮਸਤਕ ਹੋ ਰਹੇ ਹਾਂ। ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮਹਾਨ ਕਿਰਪਾ ਹੈ, ਬਰਾਬਰਤਾ ਬਖਸ਼ੀ, ਬੜੇ ਪਿਆਰ ਨਾਲ ਉਹਨਾਂ ਦੀ ਇਹ ਅਮਰ ਲਿਖਤ ਜਿਹੜੀ ਰਚਨਾ ਸੀ ਉਹਨੂੰ ਅੰਕਿਤ ਕੀਤਾ ਤੇ ਨਾਮ ਬਾਣੀ ਦਾ ਜਹਾਜ਼ ਸਾਡੇ ਵਾਸਤੇ ਤਿਆਰ ਕੀਤਾ। ਕਿਸੇ ਸਾਗਰ ਨੂੰ ਤਰਨਾ ਹੋਵੇ ਤੇ ਕਹਿੰਦੇ ਬੜੇ ਮਜ਼ਬੂਤ ਪੁਲ ਦੀ ਲੋੜ ਪੈਂਦੀ ਏ, ਉਸ ਭਵ ਸਾਗਰ ਦੇ ਉੱਪਰ ਦੀ ਲੰਘਣਾ ਹੋਵੇ, ਬੜਾ ਮਟੀਰੀਅਲ ਚਾਹੀਦਾ ਔਰ ਸੀਮੈਂਟ, ਸਰੀਆ ਤੇ ਹੋਰ ਇਹੋ ਜੀਆਂ ਚੀਜ਼ਾਂ, ਤਾਂ ਜਾ ਕੇ ਉਹਨਾਂ ਭਵ ਸਾਗਰਾਂ ਦੇ ਉੱਪਰ ਦੀ ਲੰਘ ਸਕਦੇ ਹਾਂ। ਮਹਾਰਾਜ ਨੇ ਇਹ ਜਿਹੜਾ ਭਵ ਸਾਗਰ, ਇਹਨੂੰ ਪਾਰ ਕਰਨ ਲਈ ਆ ਨਾਮ ਬਾਣੀ ਦਾ ਸੱਚ ਦਾ ਇੱਕ ਪੁਲ ਬਣਾਇਆ ਔਰ ਐਸਾ ਪੁਲ ਕਿ ਝੂਠ ਦੀਆਂ ਕਈ ਲਹਿਰਾਂ ਨੇ ਉਹਦੀਆਂ ਜੜ੍ਹਾਂ ਨੂੰ ਉਖੇੜਨ ਦੀ ਕੋਸ਼ਿਸ਼ ਕੀਤੀ, ਯਤਨ ਕੀਤੇ, ਪਰ ਇਹ ਸੱਚ ਦਾ ਪੁਲ ਜਿਹੜਾ ਬਿਲਕੁਲ ਅਡੋਲ ਰਿਹਾ। ਇਸ ਪੁਲ ਦੇ ਉੱਪਰੋਂ ਲੰਘ ਕੇ ਭਵ ਸਾਗਰ ਨੂੰ ਪਤਾ ਨਹੀਂ ਕਿੰਨੀ ਲੋਕਾਈ ਇਹ ਪਾਰ ਕਰ ਗਈ ਤੇ ਕਿੰਨੀ ਮਨੁੱਖਤਾ ਨੇ ਇਹਨੂੰ ਪਾਰ ਕਰਨਾ। ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਮਹਾਨ ਪਰਉਪਕਾਰ ਹੈ ਸਾਡੇ ਤੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਖਾਲਫਤ ਹੋਈ, ਸਿੱਖੀ ਦੀ ਰਾਹ ਵਿੱਚ ਸਾਧ ਸੰਗਤ ਜੀ ਬੜੀ ਵੱਡੀ ਰੁਕਾਵਟ ਆਈ, ਸੱਚ ਨੂੰ ਫਾਂਸੀ ਹੋਣ ਲੱਗੀ ਏ ਫੇਰ ਦੁਬਾਰਾ ਪੰਜਵੀਂ ਵਾਰ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਵਿਰੋਧਤਾ ਘਰ ਵਿੱਚੋਂ ਉੱਠੀ, ਬਾਬਾ ਪਿਰਥੀ ਚੰਦ ਦੇ ਰੂਪ ਵਿੱਚ, ਬੀਬੀ ਕਰਮੋਂ ਦੇ ਰੂਪ ਵਿੱਚ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਖਾਲਫਤ ਉੱਠੀ ਏ। ਕਹਿੰਦੇ ਜਹਾਂਗੀਰ ਬਾਦਸ਼ਾਹ ਦੇ ਸ਼ਹਿਜ਼ਾਦੇ ਬਾਗੀ ਖੁਸਰੋ ਨੇ ਬਗਾਵਤ ਕੀਤੀ ਤੇ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਤੱਕ ਕੇ ਉਹ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਤੇ ਆਇਆ। ਗੁਰੂ ਕੇ ਲੰਗਰਾਂ ਵਿੱਚ ਬੈਠ ਕੇ, ਪੰਗਤ ਵਿੱਚ ਬੈਠ ਕੇ ਉਹ ਲੰਗਰ ਛਕ ਕੇ ਤੁਰਦਾ ਬਣਿਆ, ਪਰ ਵਿਰੋਧੀਆਂ ਨੂੰ ਬੜਾ ਬਹਾਨਾ ਮਿਲਿਆ। ਉਹਨਾਂ ਨੇ ਬੜੀਆਂ ਗੱਲਾਂ ਵਧਾ ਚੜਾ ਕੇ ਬਾਦਸ਼ਾਹ ਤੱਕ ਪਹੁੰਚਾਈਆਂ ਔਰ ਇਹ ਜਿਹੜੀ ਜੁੰਡਲੀ ਸੀ, ਇਹ ਵਿਰੋਧੀ ਧੜਾ ਸੀ, ਇਹਦੇ ਵਿੱਚ ਕਈ ਇਕੱਤਰ ਹੋ ਗਏ। ਬਾਬਾ ਪਿਰਥੀ ਚੰਦ, ਦੀਵਾਨ ਚੰਦੂ,
ਖੱਤਰੀ ਅਤੇ ਬਾਗੀ ਖੁਸਰੋ ਦੀ ਇੱਕ ਸਾਧ ਸੰਗਤ ਜੀ ਆੜ ਲੈ ਕੇ ਰਾਜਨੀਤਿਕ ਲੋਕ ਮਹਾਰਾਜ ਜੀ ਦੇ ਖਿਲਾਫ ਹੋ ਬੈਠੇ ਔਰ ਬਾਦਸ਼ਾਹ ਜਹਾਂਗੀਰ ਦੇ ਕੰਨ ਭਰੇ। ਤੇ ਸਾਧ ਸੰਗਤ ਜੀ ਇਸਲਾਮ ਦੀ ਦੁਨੀਆ ਵਿੱਚੋਂ ਜਿਹੜੇ ਵੱਡੇ ਖਲੀਫੇ ਸ਼ੇਖ ਬੁਖਾਰੀ ਮਲ ਅਤੇ ਹੋਰ ਸ਼ੇਖ ਅਹਿਮਦ ਸਰਹੱਦੀ, ਇਹਨਾਂ ਨੂੰ ਵੀ ਮੌਕਾ ਮਿਲਿਆ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸਲਾਮੀ ਧਰਮਾਤਮਾ ਦਾ ਬੜਾ ਸਤਿਕਾਰ ਕੀਤਾ। ਸਾਈਂ ਮੀਆਂ ਮੀਰ ਜੀ ਦੀ ਗੱਲ ਕਹੀ ਸੀ ਕਵਿਤਾ ਦੇ ਵਿੱਚ ਮੇਰੇ ਸਾਥੀਆਂ ਨੇ। ਤਾਂ ਸਾਧ ਸੰਗਤ ਜੀ ਸਾਈਂ ਮੀਆਂ ਮੀਰ ਜੀ ਨਾਲ ਕਿੰਨਾ ਪਿਆਰ ਕੀਤਾ। ਮਹਾਰਾਜ ਕਹਿੰਦੇ ਧਰਮ ਕੋਈ ਵੀ ਮਾੜਾ ਨਹੀਂ, ਪਰ ਧਰਮ ਵਿੱਚ ਰਹਿਣ ਵਾਲੇ ਕੁਝ ਪੈਰੋਕਾਰ ਉਹ ਆਪਣੇ ਧਰਮ ਨੂੰ, ਆਪਣੇ ਜਿਹੜੀ ਕੌਮ ਨੂੰ ਉਹ ਕਲੰਕਿਤ ਕਰ ਜਾਂਦੇ ਨੇ ਆਪਣਾ ਸਵਾਰਥਵਾਦ ਪੂਰਾ ਕਰਨ ਲਈ। ਇਸ ਕਰਕੇ ਹਰ ਧਰਮ ਵਿੱਚ ਚੰਗੇ ਵੀ ਨੇ ਮਾੜੇ ਵੀ ਨੇ। ਕਹਿੰਦੇ ਇਸਲਾਮ ਦੇ ਵਿੱਚ ਵੀ ਕੁਝ ਐਸੇ ਲੋਕ ਸਨ ਉਹ ਸਖੀ ਸਰਵਰੀਏ ਜਿਹੜਾ ਆਪਣਾ ਮਨੋਰਥ ਪੂਰਾ ਕਰਨ ਲਈ ਲੋਕਾਂ ਨੂੰ ਵਹਿਮਾਂ ਭਰਮਾਂ ਤੇ ਭੁਲੇਖਿਆਂ ਵਿੱਚ ਪਾਉਂਦੇ ਸੀ। ਉਹਨਾਂ ਦਾ ਪਰਦਾ ਫਾਸ਼ ਕਰਦਿਆਂ ਸ਼੍ਰੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਸ਼੍ਰੀ ਤਰਨਤਾਰਨ ਸਾਹਿਬ ਦਾ ਧਾਮ ਉਸਾਰ ਕਰਕੇ ਮਹਾਰਾਜ ਨੇ ਸੱਚ ਦਾ ਪ੍ਰਚਾਰ ਕੀਤਾ। ਉਹ ਖਲੀਫੇ ਵੀ ਮਹਾਰਾਜ ਦੇ ਖਿਲਾਫ ਹੋ ਬੈਠੇ। ਉਹਨਾਂ ਨੇ ਵੀ ਜਹਾਂਗੀਰ ਦੇ ਕੰਨ ਭਰੇ। ਉਹ ਬੜੇ ਨੇੜੇ ਸੀ ਹਕੂਮਤ ਦੇ, ਉਹ ਰਾਜ ਦਰਬਾਰ ਦੇ ਬੜੇ ਨੇੜੇ ਸੀ। ਇਹਨਾਂ ਸਾਰਿਆਂ ਦੀਆਂ ਗੱਲਾਂ ਸੁਣ ਕੇ ਕਹਿੰਦੇ ਜਹਾਂਗੀਰ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਮੁਰਤਜ਼ਾ ਖਾਨ ਦੀ ਡਿਊਟੀ ਲਗਾਈ ਕਿ ਉਹਨੂੰ ਮੇਰੇ ਪੇਸ਼ ਕਰੋ। ਮਹਾਰਾਜ ਉਹਦੇ ਦਰਬਾਰ ਵਿੱਚ ਗਏ, ਹਜ਼ੂਰ ਨੂੰ ਬਿਠਾਇਆ ਗਿਆ ਤੇ ਕਹਿਣ ਲੱਗੇ ਅਰਜਨ ਦੇਵ ਤੁਹਾਡੇ ਖਿਲਾਫ ਬੜੀਆਂ ਸ਼ਿਕਾਇਤਾਂ ਨੇ। ਇੱਕ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਤੁਸਾਂ ਨੇ ਇਸਲਾਮ ਦੀ ਤੋਹੀਨ ਕੀਤੀ ਏ, ਨਿੰਦਾ ਲਿਖੀ ਏ, ਅਪਮਾਨ ਕੀਤਾ। ਇਸ ਗੱਲ ਦੀ ਪੜਚੋਲ ਤੇ ਸਾਧ ਸੰਗਤ ਜੀ ਅਕਬਰ ਨੇ ਕਰ ਲਈ ਸੀ ਔਰ ਜਹਾਂਗੀਰ ਨੇ ਵੀ ਤਸੱਲੀ ਕੀਤੀ। ਉਹਨੇ ਆਪਣੇ ਕੁਝ ਅਹਿਲਕਾਰ ਭੇਜੇ, ਮਹਾਰਾਜ ਦਾ ਪ੍ਰਕਾਸ਼ ਹੋਇਆ, ਬਾਣੀ ਦੇ ਮੁਖਵਾਕ ਆਏ, ਇੱਕ ਇੱਕ ਸ਼ਬਦ ਉਹਦੇ ਸੀਨੇ ਵਿੱਚ ਵੱਜਿਆ ਔਰ ਸੱਚ ਜਿਹੜਾ ਪ੍ਰਗਟ ਹੋਇਆ ਤੇ ਉਹਦਾ ਜਿਹੜਾ ਹਿਰਦਾ ਸ਼ਾਂਤ ਹੋਇਆ ਔਰ ਉਹਦੀ ਤਸੱਲੀ ਹੋ ਗਈ। ਇਹਦੇ ਵਿੱਚ ਤਾਂ ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ। ਕੌਣ ਭਲੇ ਕੋ ਮੰਦੇ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬੜਾਈ। ਐਸੇ ਪ੍ਰਵਚਨ ਸੁਣ ਕੇ ਉਹਦੀ ਤੇ ਹੋ ਗਈ ਤਸੱਲੀ। ਪਰ ਫਿਰ ਵੀ ਚੁਗਲਖੋਰਾਂ ਨੇ, ਇਹਨਾਂ ਸਾਧ ਸੰਗਤ ਗੁਰੂ ਘਰ ਦੇ ਵਿਰੋਧੀਆਂ ਨੇ ਕੋਈ ਪੇਸ਼ ਨਾ ਜਾਣ ਦਿੱਤੀ। ਚੰਦੂ ਦੀਵਾਨ ਉੱਠਿਆ, ਉਹਨੇ ਆਪਣੀ ਭੜਾਸ ਕੱਢੀ, ਉਹਨੇ ਵੀ ਬਾਦਸ਼ਾਹ ਜਹਾਂਗੀਰ ਦੇ ਕੰਨ ਭਰੇ। ਆਖਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬਿਠਾ ਕੇ ਜਹਾਂਗੀਰ ਕਹਿਣ ਲੱਗਾ ਆਏ ਅਰਜਨ ਦੇਵ ਤੇਰੇ ਖਿਲਾਫ ਬੜੀਆਂ ਸ਼ਿਕਾਇਤਾਂ ਨੇ। ਇਸ ਵਕਤ ਤੂੰ ਸਰਕਾਰ ਦੀਆਂ ਨਜ਼ਰਾਂ ਵਿੱਚ ਬਾਗੀ ਏ, ਤੂੰ ਬਗਾਵਤ ਦੀ ਲਹਿਰ ਨੂੰ ਜਨਮ ਦਿੱਤਾ ਹੈ। ਅਗਰ ਜ਼ਿੰਦਗੀ ਚਾਹੁੰਦੇ ਹੋ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸਲਾਮ ਦੀ ਤਾਰੀਫ ਲਿਖੋ। ਚੰਦੂ ਦੀਵਾਨ ਦੀ ਲੜਕੀ ਉਹਦਾ ਰਿਸ਼ਤਾ ਪ੍ਰਵਾਨ ਕਰੋ। ਤੇ ਸਾਧ ਸੰਗਤ ਜੀ ਜਦੋਂ ਇਹ ਗੱਲਾਂ ਸੁਣੀਆਂ ਜਹਾਂਗੀਰ ਕਹਿੰਦਾ ਭਈ ਤੀਜੀ ਗੱਲ ਜੇ ਇਹ ਦੋ ਗੱਲਾਂ ਪ੍ਰਵਾਨ ਨਹੀਂ ਤੇ ਫਿਰ ਸਰਕਾਰ ਦੇ ਹੁਕਮ ਨਾਲ ਜ਼ੁਲਮ ਦੀ ਅੱਗ ਵਿੱਚ ਸੜ ਕੇ ਮਰ ਜਾਣ ਵਾਸਤੇ ਤਿਆਰ ਹੋ ਜਾਵੋ। ਮਹਾਰਾਜ ਹੱਸ ਕੇ ਕਹਿਣ ਲੱਗੇ ਜਹਾਂਗੀਰ ਮਾਫ ਕਰਨਾ, ਇਹ ਦੋ ਪਹਿਲੀਆਂ ਗੱਲਾਂ ਸਾਨੂੰ ਪ੍ਰਵਾਨ ਨਹੀਂ ਤੇ ਤੀਜੀ ਗੱਲ ਅਸੀਂ ਹੱਸ ਕੇ ਪ੍ਰਵਾਨ ਕਰਦੇ ਆ। ਇਹ ਪਹਿਲੀ ਗੱਲ ਤੇ ਇਹ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਹੈ ਨਾ, ਇਹ ਅਕਾਲੀ ਬਾਣੀ ਹੈ, ਰੱਬੀ ਬਾਣੀ ਹੈ, ਇਹ ਪ੍ਰਮਾਤਮਾ ਦਾ ਭੇਜਿਆ ਪੈਗਾਮ ਹੈ। ਇਹਦੇ ਵਿੱਚ ਇੱਕ ਵੀ ਲਗਾ ਮਾਤਰ ਕੋਈ ਵੱਧ ਘੱਟ ਲਿਖਣਾ ਉਹ ਸਾਡੇ ਵੱਸ ਦਾ ਰੋਗ ਨਹੀਂ। ਉਹ ਲਿਖਣਾ ਤੇ ਇੱਕ ਪਾਸੇ, ਇਹ ਲਿਖਿਆ ਹੋਇਆ ਉਚਾਰਨ ਕਰਨਾ ਵੀ ਕਿਸੇ ਨੂੰ ਇਜਾਜ਼ਤ ਨਹੀਂ ਕਿ ਉਹ ਆਪਣੇ ਕੋਲੋਂ ਇਹਦੇ ਲਗਾ ਮਾਤਰ ਕੋਈ ਵੱਧ ਘੱਟ ਲਾ ਕੇ ਬਾਣੀ ਦਾ ਉਚਾਰਨ ਕਰ ਜਾਵੇ। ਨਹੀਂ, ਗੁਰੂ ਸਾਹਿਬ ਜੀ ਪ੍ਰਵਾਨ ਨਹੀਂ ਕਰਦੇ। ਰੱਬ ਦੇ ਘਰ ਵਿੱਚ ਇਹ ਬਾਣੀ ਪੜੀ ਪ੍ਰਵਾਨ ਨਹੀਂ ਹੋਵੇਗੀ ਜਿਹੜਾ ਲਗਾ ਮਾਤਰ ਵੱਧ ਘੱਟ ਉਚਾਰਨ ਕਰਦਾ। ਤੇ ਤੂੰ ਲਿਖਣ ਦੀ ਗੱਲ ਕਰਦਾ, ਇਹਦੇ ਵਿੱਚ ਕਦੇ ਵੀ ਕਿਸੇ ਇਨਸਾਨ ਦੀ, ਦੁਨਿਆਵੀ ਇਨਸਾਨ ਦੀ ਤਾਰੀਫ ਨਹੀਂ ਲਿਖੀ ਜਾਵੇਗੀ, ਨਾ ਅਸੀਂ ਲਿਖਾਂਗੇ। ਤੇ ਚੰਦੂ ਦੀਵਾਨ ਉਹ ਹੰਕਾਰ ਦਾ ਚਬਾਰਾ ਬਣ ਗਿਆ ਤੇ ਹੰਕਾਰੀ ਲੋਕਾਂ ਨਾਲ ਸਿੱਖੀ ਦਾ ਕੋਈ ਵਾਸਤਾ ਨਹੀਂ। ਜੋ ਹੰਕਾਰਿਆ ਉਹ ਮਾਰਿਆ, ਉਹ ਆਪਣੇ ਹੰਕਾਰ ਵਿੱਚ ਮਰਦੇ ਆਏ, ਮਰਦੇ ਰਹਿਣਗੇ। ਇਸ ਕਰਕੇ ਸਾਡਾ ਉਹਦੇ ਨਾਲ ਕੋਈ ਵਾਸਤਾ ਨਹੀਂ, ਇਹ ਰਿਸ਼ਤਾ ਵੀ ਪ੍ਰਵਾਨ ਨਹੀਂ ਹੋਵੇਗਾ। ਤੱਕੋ ਪਿਆਰ ਦੇ ਨਾਲ ਧੰਨ ਗੁਰੂ ਅਰਜਨ ਦੇਵ ਮਹਾਰਾਜ ਸ਼ਾਂਤੀ ਦੇ ਸੋਮੇ ਬੜੀ ਨਿਰਭੈਤਾ ਦੇ ਨਾਲ ਸਾਰਾ ਕੁਝ ਸੋਚ ਸਮਝ ਕੇ ਜਹਾਂਗੀਰ ਦੇ ਕੀਤੇ ਸਵਾਲਾਂ ਦਾ ਜੋ ਉੱਤਰ ਦੇ ਰਹੇ ਨੇ, ਉਹਨਾਂ ਖਿਆਲਾਂ ਨੂੰ, ਉਹਨਾਂ ਸਤਰਾਂ ਨੂੰ, ਉਹਨਾਂ ਕਾਬਲੇ ਗੌਰ ਲਾਈਨਾਂ ਨੂੰ ਬੜੀ ਇੱਕ ਪਿਆਰੀ ਕਵਿਤਾ ਦੇ ਰੂਪ ਵਿੱਚ ਬਿਲਗੇ ਵਾਲਾ ਢਾਡੀ ਜਥਾਬ ਜੀ ਦੀ ਸੇਵਾ ਵਿੱਚ ਇਉਂ
गुरु बोलते रब्बी रंग विच आ कहंदे सुन दिल्ली दे बादशाह। सच दी दयसना बाणी गुरु ग्रंथ दी चो कट के कोई हो न सकता पा आई दुर्दरगाह तो दरगाह चो मेरे सगली चित मिटा एदे विच भगतां दी आत्मा
ਨਾ ਕੋਈ ਤਿਲਕ ਲਗਾਇਆ ਉਸ ਨੂੰ, ਨਾ ਦਿੱਤੀ ਕੋਈ ਦਵਾ ਐਵੇਂ ਸੁਣ ਸੁਣ ਗੱਲਾਂ ਕਿਸੇ ਤੋਂ। ਸਾਨੂੰ ਉਸ ਦੀ ਨਹੀਂ ਪਰਵਾਹ, ਬਾਕੀ ਦਰਜੋ ਦੇ ਨਾਮੋ ਦਾ ਸਾਨੂੰ ਉਸ ਦੀ ਨਹੀਂ ਪਰਵਾਹ। ਅਸੀਂ ਧਰਮ ਦੇਾਂਗੇ ਪੰਛੀਆਂ, ਅਸੀਂ ਧਰਮ ਦਿਆਂਗੇ ਪੰਛੀਆਂ, ਅਸੀਂ ਧਰਮ ਦਿਆਂਗੇ ਪੰਛੀਆਂ। ਇਹ ਸਿਰ ਆਪਣੇ ਨਾਲ ਨਿਭਾ, ਸਿਰ ਆਪਣੇ ਜਿਸਰ ਆਪਣੇ ਨਾਲ ਨਿਭਾ। ਧਰਮ ਦਿਆਂਗੇ ਪੰਛੀਆਂ, ਸਿਰ ਆਪਣੇ ਨਾਲ ਨਿਭਾ, ਪਿੱਛੋਂ ਢਾਡੀ ਵਾਰਾਂ ਗਾਉਣਗੇ। ਗੁਰ ਇਤਿਹਾਸ ਦੇ ਸਤਿਕਾਰ ਵਿੱਚ ਸਨਮਾਨ ਵਿੱਚ ਆਪ ਸਮੂਹ ਸਿੱਖ ਸੰਗਤ ਵੱਲੋਂ ਆਪਣੀਆਂ ਧਰਮ ਦੀਆਂ ਨੇਕ ਕਿਰਤ ਕਮਾਈਆਂ ਵਿੱਚੋਂ ਬੇਅੰਤ ਮਾਇਆ ਅਰਦਾਸ ਕਰਵਾ ਕੇ ਗੁਰੂ ਸਾਹਿਬ ਜੀ ਦੀ ਰਹਿਮਤ ਪ੍ਰਾਪਤ ਕੀਤੀ ਜਾ ਰਹੀ। ਧੰਨਵਾਦ ਹੈ ਆਪ ਜੀ ਦਾ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ।